चाहे बादल साहब होण, चाहे कैप्टन साहब होण, चन्नी साहब होण, वादा सानू हरेक सरकार ने कीता कि ਅਸੀਂ ਤੁਹਾਨੂੰ ਆਂਦੇ ਸਾਰ ਹੀ ਆਪਣੀ ਜਿਹੜੀ ਸਾਡੀ ਸਰਕਾਰ ਬਣਾ ਦਿਓ ਤਾਂ ਸਾਨੂੰ ਰੈਗੂਲਰ ਕਰਾਂਗੇ। ਪਰ ਚੋਣਾਂ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਂਦਾ, ਜਦੋਂ ਰਾਜ ਸੱਤਾ ਦੀ ਕੁਰਸੀ ਦੀ ਮਿਲ ਜਾਂਦੀ ਹੈ ਤਾਂ ਸਾਡਾ ਜਿਹੜਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਂਦਾ। ਸਾਨੂੰ ਕਹਿਣ ਲੱਗ ਜਾਂਦੇ ਵੀ ਤੁਸੀਂ ਸਾਡੇ ਮੁਲਾਜ਼ਮ ਨਹੀਂ ਹੈਗੇ। ਉਹ ਗੱਲ ਸਾਡੀ ਜਿਹੜੀ ਹੈ ਜੇਕਰ ਆਪ ਸੀਐਮ ਬਣ ਜਾਂਦਾ ਤਾਂ ਉਹ ਜ਼ਰੂਰ ਪੱਕੇ ਕਰੂਗਾ। ਪਰ ਹੋਇਆ ਬਿਲਕੁਲ ਉਲਟ। ਨਾ ਤਾਂ ਮੁੱਖ ਮੰਤਰੀ ਸਾਹਿਬ ਸਾਨੂੰ ਮਿਲਣ ਦੀ ਕੋਈ ਮੀਟਿੰਗ ਦੇ ਰਹੇ ਹੈ, ਨਾ ਕੋਈ ਮੁੱਦਾ ਹੱਲ ਕਰ ਰਹੇ ਹੈ। ਜਿਵੇਂ ਬਾਦਲ ਸਾਹਿਬ, ਚੰਨੀ ਸਾਹਿਬ ਔਰ ਕੈਪਟਨ ਸਾਹਿਬ ਕਰਦੇ ਰਹੇ, ਉਹੀ ਤਰੀਕਾ ਇਹਨਾਂ ਦਾ, ਕੋਈ ਬਦਲਿਆ ਕੁਝ ਨਹੀਂ ਹੈਗਾ। ਕਹਿਣ ਨੂੰ ਹੀ ਆਮ ਆਦਮੀ ਸਰਕਾਰ ਹੈਗੀ ਆ, ਪਰ ਮਤਲਬ ਸਾਨੂੰ ਤਾਂ ਕੋਈ ਲੱਗਿਆ ਨਹੀਂ ਕੋਈ ਫਰਕ ਹੈਗਾ ਕਿ ਉਹਨਾਂ ਦੇ ਨਾਲ ਇਹਨਾਂ ਦੇ ਸਿਰਫ ਪੱਗਾਂ ਦੇ ਰੰਗ ਜ਼ਰੂਰ ਬਦਲ ਗਏ। ਇੱਕ ਪਾਸੇ ਸਰਕਾਰ ਕਹਿੰਦੀ ਕਿ ਲੋਕਾਂ ਦੀ ਸਰਕਾਰ ਹੈ। ਅਸੀਂ ਜਦੋਂ ਲੋਕਾਂ ਦੀ ਸਰਕਾਰ ਹੈ, ਲੋਕਾਂ ਦਾ ਭਲਾ ਸੋਚਣਾ ਸਰਕਾਰ ਦਾ ਜਿਹੜਾ ਫਰਜ਼ ਬਣਦਾ, ਨੈਤਿਕ ਕਰਤੱਵ ਹੈ। ਲੋਕਤੰਤਰ ਕਹਿੰਦੇ ਕਿਹਨੂੰ ਹੈ? ਲੋਕਤੰਤਰ ਦੇ ਵਿੱਚ ਸਰਕਾਰਾਂ ਦਾ ਫਰਜ਼ ਹੁੰਦਾ ਹੈ ਲੋਕ ਭਲਾਈ ਦੀਆਂ ਸਕੀਮਾਂ ਲੈ ਕੇ ਆਉਣ। ਲਗਭਗ ਪਿਛਲੇ ਲੰਮੇ ਸਮੇਂ ਤੋਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਸਰਕਲ ਦੇ ਮੋਹਾਲੀ ਔਰ ਰੋਪੜ ਦੇ ਪ੍ਰਧਾਨ ਰਹੇ ਆ। ਪਿਛਲੇ ਦਿਨ ਅਸਤੀਫਾ ਦਿੱਤਾ, ਕੀ ਕਾਰਨ ਹੋ ਗਿਆ ਸੀ? ਜਿੰਨੇ ਵੀ ਸਾਡੇ ਕੱਚੇ ਮੁਲਾਜ਼ਮ ਹੈ, ਸਰਕਾਰ ਤੋਂ ਫ੍ਰੀ ਦੀ ਆਸ ਲਾਣੀ ਤਾਂ ਛੱਡ ਦੇਣੀ ਚਾਹੀਦੀ, ਕਿਉਂਕਿ ਪਿਛਲੇ ਅਮਲ ਤੋਂ ਸਿੱਖ ਲੈਣਾ ਚਾਹੀਦਾ ਵੀ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਸਾਨੂੰ ਬਿਨਾਂ ਲੜਿਆ। ਮਹਿੰਦੀ ਸਾਹਿਬ, ਤੁਸੀਂ ਗੱਲ ਕੀਤੀ ਹੈ ਵੀ ਸਾਡੇ ਜਿਹੜੇ ਮੁਲਾਜ਼ਮ ਆ ਬਾਹਰ ਜਾਣ ਲੱਗੇ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆਪਾਂ ਸਭ ਨੂੰ ਨੌਕਰੀਆਂ ਦੇ ਦੇਣੀਆਂ, ਇੱਥੇ ਨਵੀਆਂ ਭਰਤੀਆਂ ਲਿਆ ਦੇਣੀਆਂ, ਵੀ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ। ਤੇ ਜਿਹੜੇ ਬੰਦੇ ਨੂੰ 8000 ਰੁਪਏ ਤਨਖਾਹ ਮਿਲ ਰਹੀ ਹੈ, ਉਹ ਇਲਾਜ ਕਿੱਦਾਂ ਕਰਾਊਗਾ? ਆਪਣੀ ਮਾਂ ਦਾ, ਆਪਣੇ ਬਾਪ ਦਾ, ਆਪਣੀ ਭੈਣ ਦਾ, ਆਪਣੇ ਭਰਾ ਦਾ। ਫਿਰ ਬੱਚਿਆਂ ਦੀਆਂ ਪੜ੍ਹਾਈਆਂ ਹੈ, ਵਿਆਹ ਵੀ ਹੁੰਦੇ ਆ, ਹੈ ਨਾ। ਕਿੱਦਾਂ ਵਿਚਰਨਾ ਉਹਨਾਂ ਲੋਕਾਂ ਨੇ 8-8 ਤਨਖਾਹ? ਸਰਕਾਰਾਂ ਦੀਆਂ ਨਾਕਾਮੀਆਂ ਹੈ। ਪਿਛਲੀਆਂ ਸਰਕਾਰਾਂ ਚਾਹੇ ਕੈਪਟਨ ਸਾਹਿਬ ਸੀ, ਬਾਦਲ ਦੇ ਪੱਕੇ ਸਾਨੂੰ ਉਹਨਾਂ ਨੇ ਵੀ ਨਹੀਂ ਕੀਤਾ, ਪਰ ਉਹ ਮੀਟਿੰਗ ਘੱਟੋ ਘੱਟ ਜ਼ਰੂਰ ਕਰਦੇ ਸੀ। ਪਰ ਮੁੱਖ ਮੰਤਰੀ ਸਾਹਿਬ ਤਾਂ ਉਹ ਤੋਂ ਵੀ ਇੱਕ ਕਦਮ ਅੱਗੇ ਚੱਲ ਗਏ। ਇਹ ਤਾਂ ਮੀਟਿੰਗ ਵੀ ਨਹੀਂ ਕਰਦੇ ਆ, ਪੱਕੇ ਕਰਨ ਦਾ ਹਜੇ ਬਹੁਤ ਦੂਰ ਦੀ ਗੱਲ। ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੁੱਧ ਸਿੰਘ ਰਾਣਾ। ਸਾਡੇ ਨਾਲ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਆਗੂ ਕਪਲ ਮਹਿੰਦਰੀ, ਜੋ ਕਿ ਸਾਬਕਾ ਪ੍ਰਧਾਨ ਵੀ ਨੇ ਸਰਕਲ ਰੋਪੜ ਤੇ ਮੋਹਾਲੀ ਦੇ। ਗੱਲਬਾਤ ਕਰਦੇ ਹਾਂ तमाम ਮੁੱਦਿਆਂ ਨੂੰ ਲੈ ਕੇ, ਖਾਸ ਕਰਕੇ ਕਿਉਂਕਿ ਆਊਟਸੋਰਸ ਮੁਲਾਜ਼ਮ ਮੇਨ ਜਿਹੜਾ ਹੈਗਾ ਹੈ, ਇਹਦਾ ਮਤਲਬ ਕੀ ਹੈ? ਸੂਬਾ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਹੈ ਉਹ ਸਾਡੇ ਨਹੀਂ ਹੈਗੇ। ਕਪਲ ਮਹਿੰਦਰੀ ਜੀ, ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਰਾਣਾ ਜੀ, ਤੁਹਾਡਾ ਪੰਜਾਬੀ ਲੋਕ ਚੈਨਲ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਅੱਜ ਐਡਾ ਬੜਾ ਪਲੇਟਫਾਰਮ ਲੋਕਾਂ ਤੱਕ ਗੱਲ ਪੁੱਜਦੀ ਕਰਨ ਵਾਸਤੇ, ਕਿਉਂਕਿ ਸਰਕਾਰਾਂ ਤਾਂ ਇੱਥੋਂ ਦੀ ਗੂੰਗੀਆਂ ਬਹਿਰੀਆਂ ਹੋ ਚੁੱਕੀਆਂ। ਸਰਕਾਰਾਂ ਸਾਡੀ ਜਿਹੜੀ ਆਵਾਜ਼ ਨਹੀਂ ਸੁਣ ਰਹੀਆਂ। ਤੇ ਜਿਵੇਂ ਤੁਸੀਂ ਗੱਲ ਕਹਿ ਰਹੇ ਵੀ ਆਊਟਸੋਰਸ, ਵੀ ਇਹ ਸਿਸਟਮ ਕਿਆ ਹੈ, ਸਾਨੂੰ ਸਮਝਣਾ ਪੈਣਾ ਵੀ ਇਹਦੇ ਦੋ ਪਾਰਟ ਹੈ। ਇੱਕ ਸਾਨੂੰ ਇਹ ਤੋਂ ਪਿੱਛੇ ਜਾਣਾ ਪੈਣਾ 1982 ਤੋਂ ਬਾਅਦ ਦਾ ਪੀਰੀਅਡ, ਇੱਕ 1982 ਤੋਂ ਪਹਿਲਾਂ ਦਾ ਪੀਰੀਅਡ, ਜਦੋਂ ਦੇਸ਼ ਆਜ਼ਾਦ ਹੁੰਦਾ ਹੈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਰਕਾਰ ਨੇ ਲੋਕ ਭਲਾਈ ਦੇ ਕੰਮਾਂ ਵਾਸਤੇ ਇੱਕ ਵੱਖ ਬੁਨਿਆਦੀ ਸਹੂਲਤਾਂ ਲੋਕਾਂ ਨੂੰ ਦੇਣ ਵਾਸਤੇ ਸਰਕਾਰੀ ਮਹਿਕਮੇ ਜਿਹੜੇ ਹੋਂਦ ਵਿੱਚ ਲਿਆਂਦੇ। ਲੋਕਾਂ ਨੇ ਜ਼ਮੀਨਾਂ ਦਿੱਤੀਆਂ, ਲੋਕਾਂ ਦੇ ਪੈਸੇ ਲੱਗੇ, ਲੋਕਾਂ ਦੀਆਂ ਹਜ਼ਾਰਾਂ ਕੁਰਬਾਨੀਆਂ ਹੋਣ ਤੋਂ ਬਾਅਦ, ਚਾਹੇ ਉਹ ਰੇਲਵੇ ਦਾ ਮਹਿਕਮਾ ਹੈ, ਚਾਹੇ ਉਹ ਜਲ ਸਪਲਾਈ ਦਾ ਮਹਿਕਮਾ ਹੈ, ਚਾਹੇ ਉਹ ਬਿਜਲੀ ਬੋਰਡ ਦਾ ਮਹਿਕਮਾ ਹੈ, ਅੱਜ ਜਦੋਂ ਘਰ ਘਰ ਜਿਹੜੀ ਬਿਜਲੀ ਪਹੁੰਚ ਗਈ, ਘਰ ਘਰ ਕਨੈਕਸ਼ਨ ਲੱਗ ਗਏ ਪਾਣੀ ਦੇ, ਸੜਕਾਂ ਵਿਛ ਗਈਆਂ, ਰੇਲਵੇ ਲਾਈਨ ਵਿਛ ਗਈ, BSNL ਲੱਗ ਗਿਆ, ਇਸੇ ਤਰੀਕੇ ਨਾਲ ਸਾਰੇ ਡਿਪਾਰਟਮੈਂਟ ਲੱਗ ਗਏ। ਉਹ ਤੋਂ ਬਾਅਦ ਸਰਕਾਰਾਂ ਨੇ ਦੇਖਿਆ ਕਿ ਅੱਜ ਜਿਹੜਾ ਮਹਿਕਮੇ ਇਹ ਕਮਾਈ ਦਾ ਸਾਧਨ ਬਣ ਚੁੱਕੇ। ਜਿਹੜੇ ਵਿਸ਼ਵ ਵਪਾਰ ਸੰਗਠਨ ਹੈ ਜਿਹੜੇ, ਉਹਨਾਂ ਨੇ ਵੀ ਦੇਖਿਆ ਵੀ ਇਹ ਅੱਜ ਸਾਨੂੰ ਮਹਿਕਮੇ ਪ੍ਰੋਫਿਟ ਦੇਣਗੇ। 1982 ਦੇ ਬਾਅਦ ਜਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਉਸ ਟਾਈਮ ਵਿੱਤ ਮੰਤਰੀ ਤੇ, PV ਨਰਸਿਮਹਾ ਰਾਓ ਜੀ ਉਸ ਟਾਈਮ ਸਾਡੇ ਦੇਸ਼ ਦੇ ਮੁਲਕ ਦੇ ਪ੍ਰਧਾਨ ਮੰਤਰੀ ਤੇ, ਉਸ ਟਾਈਮ ਇਹਨਾਂ ਨੇ ਵਿਸ਼ਵ ਜਿਹੜਾ ਆਰਥਿਕ ਮੰਦੀ ਦਾ ਹਵਾਲਾ ਦੇ ਕੇ ਇਹਨਾਂ ਜਿਹੜੇ ਸੰਗਠਨ ਹੈ, ਜਿਹੜੇ ਵਿਸ਼ਵ ਵਪਾਰ ਦੇ ਵਿੱਚ ਜੁੜੇ ਹੋਏ ਸੰਗਠਨ ਤੇ ਜਿਹੜੇ ਜਿਨ੍ਹਾਂ ਨੇ ਮੁਨਾਫੇ ਦੀਆਂ ਲੋੜਾਂ ਵਾਸਤੇ, ਉਹਨਾਂ ਨੇ ਸੰਧੀਆਂ ਕਰ ਲਈਆਂ ਵੀ ਅਸੀਂ ਇਨਵੈਸਟਮੈਂਟ ਤਾਂ ਕਰਨੀ ਹੈ। ਵੀ ਸਰਕਾਰ ਨੂੰ ਉਸ ਟਾਈਮ ਕਹਿਤਾ ਵੀ ਤੁਸੀਂ ਪਿੱਛੇ ਹਟੋ। ਸਰਕਾਰਾਂ ਨੂੰ ਪਿੱਛੇ ਹਟਾ ਕੇ ਇਹਨਾਂ ਨੇ ਉਸ ਟਾਈਮ ਆਪਣਾ ਜਿਹੜਾ ਕਾਬੂ ਕਰਨਾ ਸ਼ੁਰੂ ਕਰ ਦਿੱਤਾ। ਉਹ ਤੋਂ ਬਾਅਦ ਲੈ ਕੇ ਆਏ ਆਊਟਸੋਰਸ ਲੇਬਰ ਕੰਮ ਪ੍ਰਣਾਲੀ। ਪਹਿਲਾਂ ਕੰਮ ਪ੍ਰਣਾਲੀ ਲੈ ਕੇ ਆਏ, ਮਤਲਬ ਕਿ ਜਿਹੜਾ ਸਰਕਾਰ ਨੇ ਕੰਮ ਕਰਵਾਉਣਾ ਬਾਹਰਲੀਆਂ ਏਜੰਸੀਆਂ ਸ਼ੁਰੂ ਕਰ ਦਿੱਤਾ। ਫਿਰ ਉਹ ਤੋਂ ਬਾਅਦ ਇਹਦੇ ਵਿੱਚੋਂ ਕੱਢਿਆ ਇਹਨਾਂ ਨੇ ਆਊਟਸੋਰਸ ਜਿਹੜੀ ਹੈ ਲੇਬਰ ਪ੍ਰਣਾਲੀ, ਜਿਹਦੇ ਅਧੀਨ ਸਾਨੂੰ ਰੱਖਿਆ ਗਿਆ। ਮਤਲਬ ਕਿ ਵਰਕਰਾਂ ਨੂੰ ਸ਼ੁਰੂ ਕਰ ਦਿੱਤਾ ਕਿ ਆਊਟਸੋਰਸ ਜਿਹੜੀ ਲੇਬਰ ਪ੍ਰਣਾਲੀ ਉੱਥੋਂ ਇਹਨਾਂ ਨੇ ਸ਼ੁਰੂ ਕੀਤੀ। ਤੁਸੀਂ ਕਿਹਾ ਵੀ ਕਿ ਸਾਨੂੰ ਜਿਹੜਾ ਆਊਟਸੋਰਸ ਮੁਲਾਜ਼ਮਾਂ ਦੇ ਥਾਂ ਰੱਖਿਆ ਗਿਆ। ਤੁਸੀਂ ਕਦੋਂ ਤੋਂ, ਕਿੰਨਾ ਚਿਰ ਹੋ ਗਿਆ ਤੁਹਾਨੂੰ ਫਿਰ ਕੰਮ ਕਰਦਿਆਂ ਨੂੰ? ਤੇ ਕਿਹੜੀ ਸਰਕਾਰ ਤੋਂ ਤੁਸੀਂ ਮੰਗ ਕਰ ਚੁੱਕੇ ਹੋ ਪੱਕੇ? ਸਰ ਦੇਖੋ, ਅਸੀਂ ਲਗਭਗ ਮੈਨੂੰ ਵੀ 10 ਸਾਲ ਦੇ ਉੱਪਰ ਸਮਾਂ ਹੋ ਗਿਆ। ਸਾਡੇ ਨਾਲ ਜਿਹੜੇ ਵਰਕਰ ਹੈ, ਕੋਈ 15 ਸਾਲ ਤੋਂ ਵੀ ਹੈ, ਕੋਈ 18 ਸਾਲ ਤੋਂ ਵੀ ਹੈ। ਅਸੀਂ ਪਿਛਲੇ ਜਿਹੜੀ ਬਾਦਲ ਸਾਹਿਬ ਦੀ ਸਰਕਾਰ ਸਮੇਂ ਤੋਂ ਜਿਹੜਾ ਸੰਘਰਸ਼ ਅਸੀਂ ਪੂਰੇ ਜਿਹੜਾ ਕਿ ਜ਼ੋਰ ਨਾਲ ਆਰੰਭ ਕੀਤਾ, ਵੀ ਸਰਕਾਰਾਂ ਨੇ ਸਾਨੂੰ ਉਹ ਤੋਂ ਪਹਿਲਾਂ ਚਾਹੇ ਬਾਦਲ ਸਾਹਿਬ ਹੋਣ, ਚਾਹੇ ਕੈਪਟਨ ਸਾਹਿਬ ਹੋਣ, ਚੰਨੀ ਸਾਹਿਬ ਹੋਣ, ਵਾਅਦਾ ਸਾਨੂੰ ਹਰੇਕ ਸਰਕਾਰ ਨੇ ਕੀਤਾ ਕਿ ਅਸੀਂ ਤੁਹਾਨੂੰ ਆਂਦੇ ਸਾਰ ਹੀ ਆਪਣੀ ਜਿਹੜੀ ਸਾਡੀ ਸਰਕਾਰ ਬਣਾ ਦਿਓ ਤਾਂ ਸਾਨੂੰ ਰੈਗੂਲਰ ਕਰਾਂਗੇ। ਪੰਜਾਬ ਦੇ ਵਿੱਚ ਇਹਨਾਂ ਨੂੰ ਪਤਾ ਵੀ 1.5 ਲੱਖ ਮੁਲਾਜ਼ਮਾਂ ਦੀ ਗਿਣਤੀ ਹੈ, ਚਾਹੇ ਉਹ ਆਊਟਸੋਰਸ ਹੋਣ, ਸਾਡੀ ਇੱਕ ਹੋਰ ਕੈਟਾਗਰੀ ਹੈ ਇਨਵੈਸਟਮੈਂਟ ਮੁਲਾਜ਼ਮ ਹੋਣ, ਐਡਹੋਕ ਹੋਣ, ਕੰਟਰੈਕਚੁਅਲ ਹੋਣ, ਮਤਲਬ ਕਿ ਅਲੱਗ-ਅਲੱਗ ਤਰੀਕੇ ਨਾਲ 6 ਤੋਂ 7 ਕੈਟਾਗਰੀਆਂ ਹੈ। ਵੱਡਾ ਵੋਟ ਬੈਂਕ ਦੇਖਦੇ ਹੋਏ, ਕਿਉਂਕਿ 1.5 ਲੱਖ ਮੁਲਾਜ਼ਮਾਂ ਦੀ ਗਿਣਤੀ ਹੈ, ਪਰਿਵਾਰ ਰਿਸ਼ਤੇਦਾਰ ਜੋੜ ਕੇ ਮਤਲਬ ਕਿ 7-8 ਲੱਖ ਵੋਟ ਬੈਂਕ ਨੂੰ ਦੇਖ ਕੇ ਹਰ ਪਾਰਟੀ ਸਾਡੇ ਨਾਲ ਵਾਅਦਾ ਕਰਦੀ ਹੈ। ਪਰ ਚੋਣਾਂ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਂਦਾ, ਜਦੋਂ ਰਾਜ ਸੱਤਾ ਦੀ ਕੁਰਸੀ ਦੀ ਮਿਲ ਜਾਂਦੀ ਹੈ ਤਾਂ ਸਾਡਾ ਜਿਹੜਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਂਦਾ।
ਸਾਨੂੰ ਕਹਿਣ ਲੱਗ ਜਾਂਦੇ ਵੀ ਤੁਸੀਂ ਸਾਡੇ ਮੁਲਾਜ਼ਮ ਨਹੀਂ ਹੈਗੇ, ਸਾਨੂੰ ਕਹਿਣ ਲੱਗ ਜਾਂਦੇ ਕਿ ਤੁਹਾਨੂੰ ਜਿਹੜੀ ਤੁਹਾਡੀ ਲੁੱਟ ਖਸੁੱਟ ਤੁਸੀਂ ਕੰਪਨੀ ਦੇ ਮੁਲਾਜ਼ਮ ਹੈ, ਅਸੀਂ ਸਰਕਾਰ ਤੋਂ ਤੁਹਾਡਾ ਕੁਝ ਨਹੀਂ ਕਰ ਸਕਦੇ। ਅਸੀਂ ਵਾਰ-ਵਾਰ ਸਰਕਾਰ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਰਹੇ ਹਾਂ, ਪੁੱਛਣ ਦੀ ਯਤਨ ਕਰਦੇ ਰਹੇ ਹਾਂ, ਫਿਰ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਤਾਂ ਲੋਕਾਂ ਨੂੰ ਸਾਡੇ ਖਿਲਾਫ ਖੜੇ ਕਰ ਦਿੰਦੇ ਆ। ਜੇ ਆਪਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੋਂਦ ਬਚਾਉਣ ਤੋਂ ਪਹਿਲਾਂ ਤੁਹਾਡੇ ਨਾਲ ਵੀ ਵਾਅਦੇ ਕੀਤੇ ਸੀ ਕਿ ਆਪਾਂ ਤੁਹਾਨੂੰ ਪੱਕਾ ਕਰਾਂਗੇ, ਫਿਰ ਕਿ ਉਹ ਕਿੱਥੇ ਜਾ ਕੇ ਗੱਲ ਫਸ ਗਈ ਆ, ਹੁਣ ਕੀ ਹੈਗੀ? ਬਿਲਕੁਲ ਰਾਣਾ ਜੀ, ਦੇਖੋ ਮੈਂ ਤੁਹਾਨੂੰ ਇੱਕ ਬੜਾ ਦਿਲਚਸਪ ਕਿੱਸਾ ਦੱਸਦਾ ਹੈ ਵੀ ਜਦੋਂ ਭਗਵੰਤ ਮਾਨ ਸਾਹਿਬ ਸਾਡੇ ਮੈਂਬਰ ਆਫ ਪਾਰਲੀਮੈਂਟ ਸੰਗਰੂਰ ਤੋਂ ਦੇ, ਇਹਨਾਂ ਨੇ ਲੋਕ ਸਭਾ ਦੇ ਵਿੱਚ ਵੀ ਮੁੱਦਾ ਉਠਾਇਆ ਹੈ ਵੀ ਪੰਜਾਬ ਦੇ ਵਿੱਚ, ਕਿਉਂਕਿ ਉਸ ਟਾਈਮ ਕੈਪਟਨ ਸਾਹਿਬ ਦੀ ਸਰਕਾਰ ਸੀ, ਫਿਰ ਚੰਨੀ ਦੀ ਸਰਕਾਰ ਆਈ, ਵੱਡੇ ਪੱਧਰ 'ਤੇ ਧਰਨੇ ਮੁਜ਼ਾਹਰੇ ਹੋ ਰਹੇ ਤੇ, ਪ੍ਰੋਟੈਸਟ ਹੋ ਰਹੇ ਤੇ, ਲੋਕਾਂ ਦੀ ਜਾਨਾਂ ਵੀ ਗਈਆਂ, ਲੋਕ ਘੈਲੀ ਵੀ ਹੋਏ, ਲਾਠੀਚਾਰਜੀ ਪੰਜਾਬ ਦੇ ਵਿੱਚ ਹੋਏ। ਫਿਰ ਉੱਥੇ ਲੋਕ ਸਭਾ ਦੇ ਵਿੱਚ ਇਹਨਾਂ ਨੇ ਇੱਕ ਗੱਲ ਜ਼ਰੂਰ ਉਠਾਈ ਵੀ ਪੰਜਾਬ ਦੇ ਵਿੱਚ ਵੱਡੇ ਪੱਧਰ 'ਤੇ ਲੁੱਟ ਹੋ ਰਹੀ ਹੈ। ਇਸੇ ਕਾਰਨ ਇਸ ਗੱਲ ਦੇ ਕਾਰਨ ਕਿ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਬਾਵਜੂਦ ਵੀ ਇਹ ਗੱਲ ਚੱਕ ਰਹੇ ਉੱਥੇ। ਇਹ ਗੱਲ ਦੇਖਣ ਦੇ ਬਾਅਦ ਲੋਕਾਂ ਨੂੰ ਲੱਗਿਆ ਵੀ ਸ਼ਾਇਦ ਜਿਹੜਾ ਪੰਜਾਬ ਦਾ ਦਰਦੀ ਕੋਈ ਬੰਦਾ ਹੈਗਾ, ਉਹ ਗੱਲ ਸਾਡੀ ਜਿਹੜੀ ਹੈ ਜੇਕਰ ਆਪ ਸੀਐਮ ਬਣਦਾ ਹੈ ਤਾਂ ਉਹ ਜ਼ਰੂਰ ਪੱਕੇ ਕਰੂਗਾ। ਪਰ ਹੋਇਆ ਬਿਲਕੁਲ ਉਲਟ। ਨਾ ਤਾਂ ਮੁੱਖ ਮੰਤਰੀ ਸਾਹਿਬ ਸਾਨੂੰ ਮਿਲਣ ਦੀ ਕੋਈ ਮੀਟਿੰਗ ਦੇ ਰਹੇ ਹੈ, ਨਾ ਕੋਈ ਮੁੱਦਾ ਹੱਲ ਕਰ ਰਹੇ ਹੈ। ਮਤਲਬ ਗੱਲ ਉੱਥੇ ਦੀ ਉੱਥੇ ਖੜੀ ਹੈ, ਜਿਵੇਂ ਬਾਦਲ ਸਾਹਿਬ, ਚੰਨੀ ਸਾਹਿਬ ਔਰ ਕੈਪਟਨ ਸਾਹਿਬ ਕਰਦੇ ਰਹੇ, ਉਹੀ ਤਰੀਕਾ ਇਹਨਾਂ ਦਾ, ਕੋਈ ਬਦਲਿਆ ਕੁਝ ਨਹੀਂ ਹੈਗਾ। ਕਹਿਣ ਨੂੰ ਹੀ ਆਮ ਆਦਮੀ ਸਰਕਾਰ ਹੈਗੀ ਹੈ, ਪਰ ਮਤਲਬ ਸਾਨੂੰ ਤਾਂ ਕੋਈ ਲੱਗਿਆ ਨਹੀਂ ਕੋਈ ਫਰਕ ਹੈਗਾ ਕਿ ਉਹਨਾਂ ਦੇ ਨਾਲ ਇਹਨਾਂ ਦੇ ਸਿਰਫ ਪੱਗਾਂ ਦੇ ਰੰਗ ਜ਼ਰੂਰ ਬਦਲ ਗਏ ਹੈਗੇ, ਜਾਂ ਜਿਹੜੇ ਚੁਟਕਲੇ ਹੈਗੇ ਆ ਸੁਣਾਉਂਦੇ ਲੋਕਾਂ ਨੂੰ, ਉਹ ਵੀ ਥੋੜ੍ਹਾ ਬਦਲਾਵ ਹੈਗਾ ਹੈ। ਬਾਕੀ ਮੁਲਾਜ਼ਮਾਂ ਦੇ ਪ੍ਰਤੀ ਅੱਜ ਤੱਕ ਕੁਝ ਨਾ ਸਾਨੂੰ ਲੱਗਿਆ ਨਾ ਕੁਝ ਹੈਗਾ। ਲੱਗਦਾ ਨਹੀਂ ਭਗਵੰਤ ਮਾਨ ਸਾਹਿਬ ਤਾਂ ਕਿਹਾ ਕਰਦੇ ਕਿ ਅਸੀਂ ਨਿੱਤ ਦਿਨ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੇ ਆ, ਔਰ ਭਾਵੇਂ ਟੀਚਰਾਂ ਦੀ ਗੱਲ ਕਰ ਲਓ, ਟੀਚਰ ਨਵੇਂ ਭਰਤੀ ਕੀਤੇ ਜਾ ਰਹੇ ਆ, ਤੁਹਾਡੇ ਮਹਿਕਮੇ 'ਚ ਵੀ ਕਹਿੰਦੇ ਨਵੇਂ ਭਰਤੀ ਹੋ ਰਹੇ ਆ, ਸਿੱਧੀਆਂ ਭਰਤੀਆਂ ਹੋ ਰਹੀਆਂ ਜਿਹੜੇ ਕਹਿ ਰਹੇ ਆ। ਦੇਖੋ ਰਾਣਾ ਜੀ, ਅਸੀਂ ਬਿਲਕੁਲ ਸਰਕਾਰ ਦੀ ਇਹ ਗੱਲ ਤੁਹਾਡੀ ਠੀਕ ਹੈ ਵੀ ਸਰਕਾਰ ਇਹ ਗੱਲ ਲੈ ਕੇ ਆ ਰਹੀ ਕਿ ਸਿੱਧੀ ਭਰਤੀ ਅਸੀਂ ਕਰਾਂਗੇ। ਸਰਕਾਰ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਤੁਹਾਡੇ ਥਰੂ ਦੱਸਣਾ ਚਾਹੁੰਦੇ ਵੀ ਸਰਕਾਰ ਸਾਡੇ ਦਰਮਿਆਨ ਔਰ ਪੰਜਾਬ ਦੇ ਨੌਜਵਾਨ ਜਿਹੜਾ ਵਰਗ ਹੈ ਉਹਦੇ ਦਰਮਿਆਨ ਇੱਕ ਟਕਰਾਅ ਲੈ ਕੇ ਆਉਣਾ ਚਾਹੁੰਦੀ। ਸਰਕਾਰ ਦੱਸਣਾ ਚਾਹੁੰਦੀ ਵੀ ਸਿੱਧੀ ਭਰਤੀ ਕਰਿਆ ਕਰਦੇ। ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਦੇ ਆਮ ਨੌਜਵਾਨ ਮੁੰਡੇ ਕੁੜੀਆਂ ਨੂੰ, ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਅਸੀਂ ਸਿੱਧੀ ਭਰਤੀ ਦੇ ਵਿਰੋਧ ਵਿੱਚ ਨਹੀਂ ਥੇ, ਨਾ ਹੀ ਅਸੀਂ ਹੈ। ਸਿੱਧੀ ਭਰਤੀ ਹੋਣੀ ਚਾਹੀਦੀ ਔਰ ਸਰਕਾਰ ਕਰੇ। ਹਰ ਘਰ ਦੇ ਵਿੱਚ ਰੁਜ਼ਗਾਰ ਮਿਲਣਾ ਚਾਹੀਦਾ। ਪਰ ਸਰਕਾਰ ਉਹਨਾਂ ਲੋਕਾਂ ਦਾ ਕਸੂਰ ਦੱਸ ਦੇਵੇ ਜਿਹੜੇ 15-15 ਸਾਲਾਂ ਤੋਂ 7-7, 8-8 ਹਜ਼ਾਰ ਦੇ ਉੱਪਰ ਤਨਖਾਹ ਦੇ ਉੱਪਰ ਕੰਮ ਕਰ ਰਹੇ। ਔਰ ਸਰਕਾਰ ਨੇ ਵਾਅਦਾ ਕੀਤਾ ਹੈ, ਇੱਕ ਪਾਸਾ ਸਰਕਾਰ ਕਹਿੰਦੀ ਕਿ ਲੋਕਾਂ ਦੀ ਸਰਕਾਰ ਹੈ। ਅਸੀਂ ਜਦੋਂ ਲੋਕਾਂ ਦੀ ਸਰਕਾਰ ਹੈ, ਲੋਕਾਂ ਦਾ ਭਲਾ ਸੋਚਣਾ ਸਰਕਾਰ ਦਾ ਜਿਹੜਾ ਫਰਜ਼ ਬਣਦਾ, ਨੈਤਿਕ ਕਰਤੱਵ ਹੈ। ਲੋਕਤੰਤਰ ਕਹਿੰਦੇ ਕਿਹਨੂੰ ਹੈ? ਲੋਕਤੰਤਰ ਦੇ ਵਿੱਚ ਸਰਕਾਰਾਂ ਦਾ ਫਰਜ਼ ਹੁੰਦਾ ਹੈ ਲੋਕ ਭਲਾਈ ਦੀਆਂ ਸਕੀਮਾਂ ਲੈ ਕੇ ਆਉਣ, ਜਿਹੜਾ ਲੋਕ ਡਿਮਾਂਡ ਕਰਦੇ ਆ ਉਹਨੂੰ ਪੂਰਤੀ ਕਰੇ। ਜੇ ਇੱਦਾਂ ਇਹ ਮਤਲਬ ਨਹੀਂ ਹੈਗਾ ਵੀ ਲੋਕ ਸੰਘਰਸ਼ ਕਰਦੇ ਆ ਫਿਰ ਡੰਡੇ ਜ਼ੋਰ ਨਾਲ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਮਹਿੰਦੀ ਸਾਹਿਬ, ਲੱਗਦਾ ਨਹੀਂ ਹਿਮਾਚਲ ਦੇ ਵਿੱਚ ਚੋਣਾਂ ਸੀਗੀਆਂ, ਹਿਮਾਚਲ ਦੇ ਵਿੱਚ ਜਦੋਂ ਚੋਣਾਂ ਸੀਗੀਆਂ ਉੱਥੇ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਆਊਟਸੋਰਸ ਮੁਲਾਜ਼ਮ ਹੈ ਹਿਮਾਚਲ ਦੇ ਆ, ਅਸੀਂ ਉਹਨਾਂ ਨੂੰ ਪੱਕੇ ਕਰਾਂਗੇ। ਪਰ ਤੁਸੀਂ ਕਹਿੰਦੇ ਅਸੀਂ ਤਾਂ ਪੰਜਾਬ 'ਚ ਸਰਕਾਰ ਹੈਗੀ ਹੈ, ਤੁਹਾਨੂੰ ਤਾਂ ਪੱਕੇ ਨਹੀਂ ਕੀਤਾ ਜਾ ਰਿਹਾ। ਫਿਰ ਕੀ ਲੱਗਦਾ? ਬਿਲਕੁਲ ਸਰ, ਦੇਖੋ ਹਿਮਾਚਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਚਾਹੇ ਉਹ ਊਨਾ ਗਏ, ਚਾਹੇ ਪਾਲਮਪੁਰ, ਕਾਂਗੜਾ, ਮਤਲਬ ਅਲੱਗ-ਅਲੱਗ ਜਗ੍ਹਾ ਦੇ ਵਿੱਚ ਗਏ। ਉਹ ਤੋਂ ਗੁਜਰਾਤ ਦੇ ਵਿੱਚ, ਗੁਜਰਾਤ ਇੱਥੋਂ ਤੱਕ ਕਿ ਆਊਟਸੋਰਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਰੈਲੀ ਦੇ ਵਿੱਚ ਬੁਲਾ ਕੇ ਵੀ ਕਿਹਾ ਗਿਆ ਵੀ ਅਸੀਂ ਜਿਹੜੇ ਪੰਜਾਬ ਦੇ ਵਿੱਚ ਆਊਟਸੋਰਸ ਸਾਡੇ ਮੁਲਾਜ਼ਮ ਆ ਉਹ ਰੈਗੂਲਰ ਕਰ ਦਿੱਤੇ। ਅਸੀਂ ਉਸ ਟਾਈਮ ਵੀ ਪੱਤਰਕਾਰਾਂ ਥਰੂ, ਆਪਣੇ ਮੀਡੀਆ ਵਾਲੇ ਜਿਹੜੇ ਵੀਰ ਆ ਉਹਨਾਂ ਥਰੂ ਗੱਲਬਾਤ ਪਹੁੰਚਾਈ ਲੋਕਾਂ ਤੱਕ ਵੀ ਲੋਕੋ ਇੱਦਾਂ ਦਾ ਇੱਥੇ ਕੁਝ ਨਹੀਂ ਹੋ ਰਿਹਾ। ਪੰਜਾਬ ਦੇ ਵਿੱਚ ਆ ਕੇ ਦੇਖੋ ਹਾਲਾਤ ਕਿਆ ਬਣੇ ਹੋਏ ਆ। ਉਹੀ 8-8 ਹਜ਼ਾਰ ਤਨਖਾਹ ਪਹਿਲਾਂ ਮਿਲਦੀ ਸੀ। ਠੇਕੇਦਾਰ ਜਿਹੜੀ ਭਗਵੰਤ ਮਾਨ ਸਾਹਿਬ ਨੇ ਗੱਲ ਕਹੀ ਹੈ, ਉਹ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਾਰਚ-ਅਪ੍ਰੈਲ ਦੇ ਵਿੱਚ ਇਹ ਗੱਲ ਕਹੀ ਸੀ ਵੀ ਕੈਪਟਨ ਸਾਹਿਬ ਦੇ ਰੱਖੇ ਹੋਏ, ਬਾਦਲ ਸਾਹਿਬ ਦੇ ਰੱਖੇ ਹੋਏ, ਚੰਨੀ ਸਾਹਿਬ ਦੇ ਰੱਖੇ ਹੋਏ ਠੇਕੇਦਾਰਾਂ ਨੂੰ ਸਰਕਾਰ ਪੇ ਕਰਦੀ 25-25 ਹਜ਼ਾਰ ਰੁਪਇਆ, ਤੇ ਅੱਗੇ ਜਿਹੜੇ ਆਊਟਸੋਰਸ ਮੁਲਾਜ਼ਮ ਹੈ ਜਾਂ ਇਨਵੈਸਟਮੈਂਟ ਸਾਡੇ ਮੁਲਾਜ਼ਮ ਹੈ ਉਹਨਾਂ ਨੂੰ ਅਸੀਂ 8-8, 9-9 ਹਜ਼ਾਰ ਰੁਪਏ ਤਨਖਾਹ ਦਿੰਦੇ ਆ। ਉਹ ਗੱਲ ਹੁੰਦੀ 100% ਸਹੀ ਸੀ। ਪਰ ਆਹ ਗੱਲ ਬਿਲਕੁਲ ਝੂਠ ਉਹਨਾਂ ਨੇ ਉੱਥੇ ਬੋਲੀ ਕਿ ਅਸੀਂ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਤਾ। ਪੰਜਾਬ ਦੇ ਵਿੱਚ ਇੱਕ ਵੀ ਆਊਟਸੋਰਸ ਮੁਲਾਜ਼ਮ ਜਾਂ ਇਨਵੈਸਟਮੈਂਟ ਮੁਲਾਜ਼ਮ, ਐਡਹੌਕ ਮੁਲਾਜ਼ਮ ਜਾਂ ਕੰਟਰੈਕਚੁਅਲ ਮੁਲਾਜ਼ਮ ਜਾਂ ਆਊਟਸੋਰਸ ਮੁਲਾਜ਼ਮ ਕੋਈ ਵੀ ਪੱਕਾ ਨਹੀਂ ਹੋਇਆ ਹੁਣ ਤੱਕ। ਇਹ ਮੁੱਖ ਮੰਤਰੀ ਸਾਹਿਬ ਚਿੱਟੇ ਦਿਨ ਦੇ ਵਿੱਚ ਕੋਰਾ ਨੰਗਾ ਝੂਠ ਬੋਲ ਰਹੇ। ਲੱਗਦਾ ਨਹੀਂ ਫਿਰ ਜੇ ਪਿਛਲੀਆਂ ਸਰਕਾਰਾਂ ਵੀ ਇੱਦਾਂ ਹੀ ਲਾਰੇ ਲਾਉਂਦੀਆਂ ਸੀ, ਹੁਣ ਵਾਲੀ ਸਰਕਾਰ ਵੀ ਲਾਰੇ ਲਾ ਰਹੀ ਹੈ, ਫਿਰ ਆਸ ਹੈ ਕੋਈ? ਸਰ ਬਿਲਕੁਲ, ਦੇਖੋ ਇਹ ਗੱਲ ਤੁਹਾਨੂੰ ਦੇਖ ਲੈਣੀ ਚਾਹੀਦੀ ਵੀ ਅਸੀਂ ਇਤਿਹਾਸ ਦੇ ਵਿੱਚ ਪਿੱਛੇ ਚੱਲਦੇ ਹਾਂ ਕਿ ਅੱਜ ਤੱਕ ਨਾ ਤਾਂ ਸਰਕਾਰਾਂ ਨੇ ਭਾਰਤ ਦੇ ਵਿੱਚ ਕੁਝ ਦਿੱਤਾ ਹੈ। ਭਾਰਤ ਦੇ ਅੱਗੇ ਵਰਲਡ ਦਾ ਰਿਕਾਰਡ ਹੈ। ਤੁਸੀਂ 1857 ਦਾ ਜਿਹੜਾ ਇਤਿਹਾਸ ਚੱਕ ਕੇ ਦੇਖ ਲਓ, ਜਿਹੜਾ 1 ਮਈ ਦਾ ਅਸੀਂ ਮਜ਼ਦੂਰ ਦਿਵਸ ਮਨਾਉਂਦੇ ਆ, ਉਦੋਂ ਵੀ ਲੋਕਾਂ ਨੇ ਚਾਹੇ 8 ਘੰਟੇ ਕੰਮ ਦਿਹਾੜੀ ਦਾ ਹੈ, ਚਾਹੇ ਆਪਣੀ ਤਨਖਾਹ ਰੂਲ ਹੈ, ਚਾਹੇ ਪੈਨਸ਼ਨ ਰੂਲ ਹੈ, ਉਹ ਲੜ ਕੇ ਬਣਾਏ ਹੈ। ਤੇ ਉਹ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜਿਹੜੇ ਸਰਕਾਰਾਂ ਨੇ ਕੋਈ ਖੈਰਾਤ ਨਹੀਂ ਕੀਤੀ, ਨਾ ਕੋਈ ਦਾਨ ਪਾਇਆ ਹੈ। ਲੋਕਾਂ ਨੂੰ ਉਸ ਟਾਈਮ ਵੀ 12-12 ਘੰਟੇ ਜਿਹੜੀ ਡਿਊਟੀ ਸਰਕਾਰ ਕਰਵਾਉਂਦੀ ਸੀ ਬੰਧੂਆਂ ਮਜ਼ਦੂਰਾਂ ਦੇ ਤੌਰ 'ਤੇ ਲੋਕਾਂ ਨੂੰ ਵਰਤਿਆ ਗਿਆ। ਫਿਰ ਲੋਕਾਂ ਨੇ ਐਜੀਟੇਸ਼ਨ ਕੀਤੇ ਕਿ ਸਾਨੂੰ ਜਿਹੜਾ ਇਹ 8 ਘੰਟੇ ਡਿਊਟੀ ਕੀਤੀ ਜਾਵੇ, ਕਿਉਂਕਿ ਬੰਦੇ ਨੇ ਆਪਣੇ ਪਰਿਵਾਰ ਦੇ ਵਿੱਚ ਵੀ ਵਿਚਰਨਾ ਹੁੰਦਾ, ਤਨਖਾਹ ਗੁਜ਼ਾਰੇ ਜੋਗੀ ਦਿੱਤੀ ਜਾਵੇ, ਬੰਦੇ ਨੂੰ ਕੰਮ ਕਰਦੇ ਵੇਲੇ ਕੋਈ ਟੈਨਸ਼ਨ ਨਾ ਰਹੇ ਵੀ ਮੈਂ ਪਰਿਵਾਰ ਹੀ ਪਿੱਛੇ ਪਾਲਣਾ ਹੈ। ਮਤਲਬ ਕਿ ਲੋਕਾਂ ਨੇ ਲੜਾਈ ਲੜ ਕੇ ਲਈ। ਇੱਕ ਤਾਜ਼ਾ ਉਦਾਹਰਨ ਦੱਸਦਾ ਵੀ ਮੁਲਕ ਦਾ ਪ੍ਰਧਾਨ ਮੰਤਰੀ
ਉਹ ਵੀ ਇਦਾਂ ਹੀ ਕਹਿੰਦਾ ਤਾ ਕਿ ਮੈਂ ਜਿਹੜੇ ਕਿਸਾਨਾਂ ਦੀ ਗੱਲ ਨਹੀਂ ਸੁਣਦਾ। ਪਰ ਲੋਕ ਜਦੋਂ ਸੜਕਾਂ ਦੇ ਉੱਪਰ ਡਟੇ ਆ, ਬੇਸ਼ੱਕ ਤੇ 700 ਦੇ ਕਰੀਬ ਸਾਡੀਆਂ ਕੁਰਬਾਨੀਆਂ ਕਿਸਾਨਾਂ ਦੀਆਂ ਹੋਈਆਂ ਉੱਥੇ, ਪਰ ਲੋਕਾਂ ਨੇ ਸਿਦਕ ਨਾਲ ਸੰਘਰਸ਼ ਉਹ ਜਿੱਤਿਆ ਹੈ। ਇਸੇ ਤਰੀਕੇ ਨਾਲ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਜਾਣ ਲੈਣਾ ਚਾਹੀਦਾ ਵੀ ਲੋਕ ਜਦੋਂ ਆਪਣੀ ਆਈ ਤੇ ਆ ਜਾਂਦੇ ਆ, ਲੋਕ ਝੁਕਾ ਦਿੰਦੇ ਸਰਕਾਰਾਂ ਨੂੰ। ਮੋਦੀ ਸਾਹਿਬ ਨੂੰ ਝੁਕਾ ਕੇ ਹਟੇ ਆ ਤੇ ਆਪਣੀਆਂ ਮੰਗਾਂ ਲਾਜ਼ਮੀ ਤੌਰ ਤੇ ਮਨਵਾਉਣਗੇ। ਇਹ ਮੁਲਾਜ਼ਮ ਪੱਕੇ ਹੋ ਗਏ ਰਹਿਣਗੇ। ਹੁਣ ਇਹ ਨਾ ਤਾਂ ਬਾਦਲ ਸਾਹਿਬ ਦੇ ਵਾਂਗੂ ਸਮਾਂ ਜਿਹੜਾ ਟੱਪਣਾ ਲਾਰੇ ਲੂਰੇ ਲਾ ਕੇ, ਤੇ ਨਾ ਹੀ ਕੈਪਟਨ ਸਾਹਿਬ ਨੂੰ ਚੰਨੀ ਸਾਹਿਬ ਇਹ ਗੱਲਾਂ ਨਾ ਸਮਝਣ, ਕਿਉਂਕਿ ਤੁਸੀਂ ਬਿਲਕੁਲ ਵਾਅਦਾ ਕਰਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਕੇ ਕਰਦੇ ਰਹੇ ਆ ਕਿ ਸਾਡੀ ਸਰਕਾਰ ਬਣਾ ਦਿਓ, ਕਿਉਂਕਿ ਇਨਕਲਾਬ ਦੇ ਨਾਮ ਦੇ ਉੱਪਰ ਤੁਸੀਂ ਸਰਕਾਰ ਬਣਾਈ ਹੈ। ਭਗਤ ਸਿੰਘ ਨੇ ਕਦੇ ਨਹੀਂ ਚਾਹਿਆ ਵੀ ਲੋਕਾਂ ਦੀ ਲੁੱਟ ਖਸੁੱਟ ਹੁਣ ਵੀ ਹੁੰਦੀ ਰਹੇ, ਕਿਉਂਕਿ ਇਹ ਠੇਕੇਦਾਰ, ਇਹ ਏਜੰਸੀਆਂ, ਇਹ ਕੰਪਨੀਆਂ ਸਰਕਾਰਾਂ ਦੀਆਂ ਰੱਖੀਆਂ ਹੋਈਆਂ ਅੱਜ ਵੀ 25-30 ਹਜ਼ਾਰ ਰੁਪਏ ਸਰਕਾਰ ਤੋਂ ਲੈ ਰਹੀਆਂ। ਮੈਂ ਤੁਹਾਨੂੰ ਇੱਕ ਹੋਰ ਦਿਲਚਸਪ ਗੱਲ ਦੱਸ ਦੇਣਾ ਚਾਹੀਦਾ, ਇੱਕ ਮੁਲਾਜ਼ਮ ਦਾ 42% ਜਿਹੜਾ ਇਹ ਮੁਲਾਜ਼ਮ ਜਿਹੜੇ ਤਨਖਾਹ ਦਾ ਹਿੱਸਾ ਹੈ ਉਹ ਠੇਕੇਦਾਰਾਂ ਕੋਲ ਜਾ ਰਿਹਾ। ਅਸੀਂ ਸਰਕਾਰ ਨੂੰ ਕਹਿ ਰਹੇ ਆ, ਅਸੀਂ ਤੁਹਾਨੂੰ ਦੱਸਣਾ ਸਰਕਾਰ ਨੂੰ ਇਹ ਕਹਿ ਰਿਹਾ ਵੀ ਉਹ ਲੁੱਟ ਬੰਦ ਕਰ ਦਿਓ। ਤੁਸੀਂ ਸਾਨੂੰ ਐਕਸਟਰਾ ਕੁਝ ਨਹੀਂ ਦੇ ਸਕਦੇ ਆ। ਘੱਟੋ ਘੱਟ ਜਿਹੜੀ ਮੁਲਾਜ਼ਮ ਆਪਣੀ ਕਿਰਤ ਕਰ ਰਿਹਾ ਹੈ, 8 ਘੰਟੇ ਡਿਊਟੀ ਕਰ ਰਿਹਾ ਹੈ, ਉਹਦੇ ਬਦਲੇ ਉਹਦੀ ਤਨਖਾਹ ਦਾ ਹਿੱਸਾ ਤੁਸੀਂ ਠੇਕੇਦਾਰਾਂ ਨੂੰ ਕਿਉਂ ਦੇ ਰਹੇ ਆ? ਉਹਨਾਂ ਠੇਕੇਦਾਰਾਂ ਨੂੰ ਤੁਸੀਂ ਬਾਹਰ ਕਰਕੇ ਤੁਸੀਂ ਉਹਨਾਂ ਨੂੰ ਪੱਕੇ ਕਰ ਦਿਓ। ਜੇਕਰ ਰਾਣਾ ਜੀ ਮੈਂ ਤੁਹਾਨੂੰ ਦੱਸਦਾ, ਜੇਕਰ ਸਰਕਾਰ ਇੱਕ ਸਿਰਫ ਜਲ ਸਪਲਾਈ ਦੇ ਆਊਟਸੋਰਸ ਔਰ ਇਨਵੈਸਟਮੈਂਟ ਦੇ ਮੁਲਾਜ਼ਮਾਂ ਨੂੰ ਪੱਕੇ ਕਰਦੀ ਹੈ ਤਾਂ ਸਰਕਾਰ ਦੇ ਖਜ਼ਾਨੇ ਦੇ ਵਿੱਚ 12 ਕਰੋੜ ਰੁਪਈਆ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਬਚਦਾ ਹੈ। ਅਸੀਂ ਸਰਕਾਰ ਨੂੰ ਟੇਬਲ ਦੇ ਉੱਪਰ ਜਾ ਕੇ ਇਹ ਫਿਗਰ ਜਿਹੜੇ ਦੱਸ ਚੁੱਕੇ ਆ, ਪਰ ਸਰਕਾਰ ਫਿਰ ਵੀ ਸਮਝਣ ਵਾਸਤੇ ਤਿਆਰ ਨਹੀਂ। ਪਤਾ ਨਹੀਂ ਕਿਆ ਮਜਬੂਰੀ ਹੈ, ਕਿਹਨਾਂ ਦਾ ਪ੍ਰੈਸ਼ਰ ਹੈ, ਕਿਹਨਾਂ ਕੰਪਨੀ ਦਾ ਪ੍ਰੈਸ਼ਰ ਹੈ, ਇੰਨਾ ਭਗਵੰਤ ਮਾਨ ਸਾਹਿਬ ਮੰਨ ਕੇ ਬੈਠੇ ਆ ਕਿ ਜਿਹੜੀਆਂ ਮੰਗਾਂ ਨਹੀਂ ਮੰਨ ਰਹੇ। ਮਹਿੰਦਲੀ ਸਾਹਿਬ ਜੇ ਗੱਲ ਕਰੀਏ, ਤੁਸੀਂ ਲਗਭਗ ਪਿਛਲੇ ਲੰਮੇ ਸਮੇਂ ਤੋਂ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਸਰਕਲ ਦੇ ਮੋਹਾਲੀ ਔਰ ਰੋਪੜ ਦੇ ਪ੍ਰਧਾਨ ਰਹੇ ਆ। ਪਿਛਲੇ ਦਿਨ ਅਸਤੀਫਾ ਦੇਤਾ, ਕੀ ਕਾਰਨ ਹੋ ਗਿਆ ਸੀ? ਸਰ ਦੇਖੋ, ਕੁਛ ਘਰਾਂ ਦੀਆਂ ਕੁਝ ਪ੍ਰੋਬਲਮ ਥੀਆਂ ਮੇਰੀਆਂ, ਤੇ ਜਿਹਦੇ ਕਰਕੇ ਮੈਨੂੰ ਪਿੱਛੇ ਹਟਣਾ ਪਿਆ, ਤੇ ਵੱਖ-ਵੱਖ ਕਾਰਨ ਹੋ ਜਾਂਦੇ। ਕਈ ਵਾਰ ਇਨਸਾਨ ਨੂੰ ਮਜਬੂਰੀਆਂ ਸਾਹਮਣਾ ਕਰਨਾ ਪੈਂਦਾ। ਥੋੜੀ ਹੈਲਥ ਪ੍ਰੋਬਲਮ ਵੀ, ਕਿਉਂਕਿ ਮੇਰਾ ਐਕਸੀਡੈਂਟ ਵੀ ਪਿਛਲੇ ਦਿਨਾਂ ਦੇ ਵਿੱਚ ਹੋਇਆ। ਡਾਕਟਰਾਂ ਨੇ ਮੈਨੂੰ ਪੀਜੀਆਈ ਤੇ ਸਲਾਹ ਦਿੱਤੀ ਹੈ ਕਿ ਥੋੜਾ ਧਰਨੇ ਮੁਜ਼ਾਹਰਿਆਂ ਦੇ ਵਿੱਚ ਜਾਣਾ ਬੰਦ ਕਰ ਦੇ, ਥੋੜਾ ਦਿਮਾਗ ਨੂੰ ਕਿਉਂਕਿ ਸੱਟ ਲੱਗੀ ਹੈ, ਸਿਰ ਦੇ ਉੱਪਰ ਨਿਸ਼ਾਨ ਹੁਣ ਵੀ ਤੁਸੀਂ ਦੇਖ ਰਹੇ ਹੋਣੇ ਆ। ਤੋ ਇਹ ਕਾਰਨ ਰਿਹਾ ਕਿ ਮੈਂ ਜਿਹੜਾ ਥੋੜਾ ਪਿੱਛੇ ਹਟਿਆ। ਤੋ ਫਿਰ ਜਿੱਦਾਂ ਮੇਰੀ ਸਿਹਤ ਠੀਕ ਹੁੰਦੀ ਹੈ, ਪੀਜੀਆਈ ਦੇ ਡਾਕਟਰ ਜਿਹੜੇ ਮੈਨੂੰ ਸੁਜੈਸ਼ਨ ਕਰਨਗੇ, ਫਿਰ ਉਸੇ ਤਰੀਕੇ ਨਾਲ ਕਾਰਨ ਕੁਝ ਹੋਰ ਵੀ ਸੀ ਵਿੱਚੋਂ। ਕਹਿੰਦੇ ਕੋਈ ਕਹਿੰਦੇ ਵੀ ਕਿਸੇ ਇੱਕ ਵਿਅਕਤੀ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਜਾ ਕੇ ਤੁਹਾਡੀ ਪੜਤਾਲ ਕੀਤੀ ਜਾਂਦੀ ਹੈ। ਨਹੀਂ, ਐਦਾਂ ਦਾ ਕੁਝ ਨਹੀਂ। ਜਦੋਂ ਇਨਸਾਨ ਕਿਸੇ ਲੋਕਾਂ ਵਾਸਤੇ, ਦੇਖੋ ਇਤਿਹਾਸ ਦੇ ਵਿੱਚ ਅਸੀਂ ਚੱਕ ਕੇ ਦੇਖ ਲਈਏ ਉਦਾਹਰਨਾਂ, ਜਦੋਂ ਅਸੀਂ ਲੋਕਾਂ ਵਾਸਤੇ ਆਵਾਜ਼ ਬੁਲੰਦ ਕਰਦੇ ਆ, ਲੋਕਾਂ ਵਾਸਤੇ ਲੜਨਾ ਸ਼ੁਰੂ ਕਰ ਦਿੰਦੇ ਆ, ਤਾਂ ਸਾਨੂੰ ਬਹੁਤ ਤਰ੍ਹਾਂ ਦੇ ਜਿਹੜੇ ਹੈ ਬੇਵਜ੍ਹਾ ਬੁਨਿਆਦ ਵੀ ਸਾਡੇ ਉੱਪਰ ਜਿਹੜੇ ਇਲਜ਼ਾਮ ਲੱਗਦੇ ਆ, ਸਾਜ਼ਿਸ਼ਾਂ ਸਾਡੇ ਖਿਲਾਫ ਹੁੰਦੀਆਂ ਹੈ। ਪਰ ਇਹੋ ਜਿਹੀਆਂ ਗੱਲਾਂ ਦਾ ਮੈਂ ਕਦੀ ਗੌਰ ਨਹੀਂ ਕਰਿਆ, ਨਾ ਹੀ ਭਵਿੱਖ ਦੇ ਵਿੱਚ ਕਰਾਂਗੇ। ਲੱਗਦਾ ਨਹੀਂ ਜਿਹੜੇ ਤੁਸੀਂ ਸੰਘਰਸ਼ ਕਰਦੇ ਸੀ ਪਿਛਲੇ ਦਿਨ ਟੈਂਕੀਆਂ ਤੇ ਚੜ੍ਹੇ ਹੋ ਅਨੰਦਪੁਰ ਸਾਹਿਬ ਦੇ ਵਿੱਚ, ਉਹ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਰਹੀ ਹੈ ਤੁਹਾਨੂੰ? ਜਿਹੜਾ ਤੁਹਾਡੇ ਤੇ ਜਾ ਕੇ ਜਿੱਥੇ ਤੁਸੀਂ ਕੰਮ ਕਰਦੇ ਹੋ, ਮੈਨੂੰ ਪਤਾ ਲੱਗਿਆ ਸੀ ਉੱਥੇ ਜਾ ਕੇ ਕੁਝ ਲੋਕਾਂ ਨੇ ਪਰਸਨਲ ਤੌਰ ਤੇ ਰੇਡਾਂ ਕੀਤੀਆਂ ਤੁਹਾਨੂੰ? ਬਿਲਕੁਲ ਸਰ, ਕਰਦੇ ਰਹੇ ਆ। 3 ਵਾਰ ਰੇਡਾਂ ਹੁੰਦੀਆਂ ਇੱਕ ਮਹੀਨੇ ਦੇ ਵਿੱਚ ਮੇਰੇ ਪ੍ਰਤੀ, ਮਤਲਬ ਕਿ ਕਾਫੀ ਤਿੱਖੇ ਆਲੋਚਨਾ ਸਰਕਾਰ ਵੱਲੋਂ, ਉੱਪਰੋਂ ਪ੍ਰੈਸ਼ਰ। ਇਹ ਕੋਈ ਨਵੀਂ ਗੱਲ ਨਹੀਂ ਹੈਗੀ ਮੇਰੇ ਵਾਸਤੇ, ਘੱਟੋ ਘੱਟ ਨਵੀਂ ਗੱਲ ਨਹੀਂ। ਸਰਕਾਰ ਨੂੰ ਲੱਗਦਾ ਹੋਣਾ ਵੀ ਨਵੀਂ ਗੱਲ ਹੈ, ਵੀ ਇੱਦਾਂ ਇਹਨਾਂ ਨੂੰ ਦਬਾਇਆ ਜਾ ਸਕਦਾ। ਇਹ ਤੋਂ ਪਹਿਲਾਂ ਜਦੋਂ ਕਾਂਗਰਸ ਦੀ ਸਰਕਾਰ ਸੀ, ਉਦੋਂ ਕੋਈ ਲੋਕਲ ਲੀਡਰ ਨੂੰ ਇਕੱਠੇ ਕਰਕੇ ਮੇਰੇ ਉੱਪਰ ਚੜ੍ਹਾ ਦੇਣਾ, ਮਤਲਬ ਕਿ ਜਿੱਦਾਂ ਅਬਦਾਲੀ ਦੇ ਸਮੇਂ 'ਚ ਹੁੰਦਾ ਰਿਹਾ, ਔਰੰਗਜ਼ੇਬ ਦੇ ਸਮੇਂ 'ਚ ਹੁੰਦਾ ਰਿਹਾ। ਪਰ ਗੁਰੂਆਂ ਦੀ ਧਰਤੀ 'ਤੇ ਖੜ੍ਹੇ ਆ, ਗੁਰੂਆਂ ਦਾ ਆਸ਼ੀਰਵਾਦ ਹੈ, ਡਟੇ ਰਹਾਂਗੇ ਉੱਦਾਂ ਹੀ ਆਖਰੀ ਸਾਹ ਤੱਕ ਲੋਕਾਂ ਦੀ ਲੜਾਈ ਲੜਦੇ ਰਹਾਂਗੇ। ਜਦੋਂ ਤੱਕ ਗੁਰੂ ਮਹਾਰਾਜ ਨੇ ਜਾਨ ਬਖਸ਼ੀ ਹੈ। ਤਾਂ ਇੱਕ ਵਾਰ ਤੁਹਾਨੂੰ ਪਤਾ ਵੀ ਐਕਸੀਡੈਂਟ ਹੋਇਆ, ਬੜੀ ਘੈਲ ਸੀ, ਪੀਜੀਆਈ ਤੋਂ ਵਾਪਸ ਆਏ ਹੈ। ਇਹ ਲੋਕਾਂ ਦੀ ਦੁਆਵਾਂ ਸੀਗੀਆਂ, ਲੋਕ ਹੁਣ ਵੀ ਸਾਡੇ ਨਾਲ ਹੈ, ਅੱਗੇ ਵੀ ਉਹਨਾਂ ਤੋਂ ਆਸ ਕਰਕੇ ਬੈਠੇ ਕਿ ਨਾਲ ਹੀ ਰਹਿਣਗੇ। ਆਸ ਤਾਂ ਲੋਕਾਂ ਦੀਆਂ ਆਸਤਾਂ ਦਮਾਵਾਂ ਤਾਂ ਹੈਗੀਆਂ, ਪਰ ਜੇ ਆਪਾਂ ਸਰਕਾਰਾਂ ਦੀ ਗੱਲ ਕਰ ਲਈਏ, ਹੁਣ ਇਸ ਸਰਕਾਰ ਤੋਂ ਆਸ ਹੈ ਜਾਂ ਕੋਈ ਨਹੀਂ? ਸਰ ਦੇਖੋ, ਸਰਕਾਰ ਤੋਂ ਜਿਹੜੇ ਮੁਲਾਜ਼ਮ ਵੀਰ ਮੈਨੂੰ ਸੁਣ ਰਹੇ, ਜਿੰਨੇ ਵੀ ਸਾਡੇ ਕੱਚੇ ਮੁਲਾਜ਼ਮ ਹੈ, ਸਰਕਾਰ ਤੋਂ ਫ੍ਰੀ ਦੀ ਆਸ ਲਾਣੀ ਤਾਂ ਛੱਡ ਦੇਣੀ ਚਾਹੀਦੀ, ਕਿਉਂਕਿ ਪਿਛਲੇ ਅਮਲ ਤੋਂ ਸਿੱਖ ਲੈਣਾ ਚਾਹੀਦਾ ਵੀ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਸਾਨੂੰ ਬਿਨਾਂ ਲੜਿਆ। ਜੇਕਰ ਅਸੀਂ ਲੜਦੇ ਹਾਂ, ਸੰਘਰਸ਼ ਦਾ ਝੰਡਾ ਬੁਲੰਦ ਰੱਖਦੇ ਹਾਂ, ਤਾਂ ਅਸੀਂ ਲਾਜ਼ਮੀ ਤੌਰ 'ਤੇ ਸੰਘਰਸ਼ ਜਿੱਤਾਂਗੇ। ਸਾਡੇ ਬਹੁਤ ਸਾਰੇ ਮੁਲਾਜ਼ਮ ਵੀਰ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਾਡੇ ਬਹੁਤ 1-2 ਸਾਡੇ ਆਗੂ ਵੀਰ ਸਾਡੇ ਉਹ ਨੌਕਰੀ ਛੱਡ ਕੇ ਵੀ ਚਲੇ ਗਏ, ਕੋਈ ਬਾਹਰਲੇ ਮੁਲਕਾਂ 'ਚ ਜਾ ਕੇ ਸੈਟਲ ਹੋ ਗਏ। ਵੀ ਇੱਥੇ ਯਾਰ ਸਿਸਟਮ ਨਹੀਂ ਸੁਧਰਦਾ। ਵੀ ਸਾਨੂੰ, ਮੈਂ ਉਹਨਾਂ ਮੁਲਾਜ਼ਮ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਨੌਕਰੀ ਨਾ ਛੱਡੋ। ਕੁਝ ਮੁਲਾਜ਼ਮ ਵੀਰਾਂ ਨੇ ਨੌਕਰੀ ਛੱਡੀਆਂ, ਕੋਈ ਬਾਹਰਲੇ ਮੁਲਕਾਂ 'ਚ ਕੋਈ ਡਰਾਈਵਰੀ ਕਰਨ ਚਲੇ ਗਿਆ, ਕਿਸੇ ਨੇ ਹੋਟਲ ਕਰ ਲਏ ਬਾਹਰ ਜਾ ਕੇ, ਕੋਈ ਦਿਹਾੜੀ ਧੱਪਾ ਕਰ ਰਿਹਾ। ਕਿ ਉਹਨਾਂ ਨੂੰ ਬੇਨਤੀ ਕਰਦਾ ਮੈਂ, ਬਾਹਰ ਨਾ ਭੱਜੋ, ਇੱਥੇ ਸਿਸਟਮ ਨੂੰ ਰਹਿ ਕੇ ਸੁਧਾਰਨ ਦੀ ਕੋਸ਼ਿਸ਼ ਕਰੋ। ਜੇਕਰ ਸਾਡੇ ਭਗਤ ਸਿੰਘ ਵਰਗੇ ਇਨਕਲਾਬੀ ਯੋਧੇ ਸੋਚਦੇ ਤਾਂ ਅੱਜ ਮੁਲਕ ਦਾ ਇਹ ਸੁਧਾਰ ਨਹੀਂ ਹੋਣਾ। ਤਾਂ ਅੱਜ ਵੀ ਸਾਨੂੰ ਉਹਨਾਂ ਦੀ ਵਿਚਾਰਧਾਰਾ ਦੇ ਉੱਪਰ ਚੱਲ ਕੇ ਸਾਨੂੰ ਮੁਲਕ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ, ਸਾਨੂੰ ਪੰਜਾਬ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ, ਕਿ ਤਾਂ ਕਿ ਸਾਡੀ ਜਿਹੜੀਆਂ ਆਉਣ ਵਾਲੀਆਂ ਨਸਲਾਂ ਹੈ, ਅਸੀਂ ਉਹਨਾਂ ਨੂੰ ਅੱਗ ਦੀ ਜਿਹੜੀ ਭੱਠੀ ਦੇ ਵਿੱਚ ਨਾ ਝੋਕੀਏ। ਕਿਉਂਕਿ ਇੱਥੋਂ ਭੱਜ ਜਾਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ। ਨਾ ਤਾਂ ਸਰਕਾਰਾਂ ਨੇ ਪਹਿਲੇ ਨੇ ਕੋਈ ਦਿੱਤਾ, ਨਾ ਇਹਨਾਂ ਨੇ ਕੋਈ ਦੇਣਾ। ਸਾਨੂੰ ਆਪਣੇ ਤਰੀਕੇ ਨਾਲ ਸੰਘਰਸ਼ ਕਰਕੇ ਸ਼ਾਂਤਮਈ ਅਮਨ ਤਰੀਕੇ ਨਾਲ ਲੋਕਾਂ ਦਾ ਸਹਿਯੋਗ ਲੈ ਕੇ ਸੰਘਰਸ਼ ਕਰਦੇ ਰਹਿਣਾ ਚਾਹੀਦਾ। ਮਹਿੰਦਲੀ ਸਾਹਿਬ, ਤੁਸੀਂ ਗੱਲ ਕੀਤੀ ਹੈ ਵੀ ਸਾਡੇ ਜਿਹੜੇ ਮੁਲਾਜ਼ਮ ਬਾਹਰ ਜਾਣ ਲੱਗੇ, ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਆਪਾਂ ਸਭ ਨੂੰ ਨੌਕਰੀਆਂ ਦੇ ਦੇਣੀਆਂ, ਇੱਥੇ ਨਵੀਆਂ ਭਰਤੀਆਂ ਲਿਆ ਦੇਣੀਆਂ, ਵੀ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ। ਅੱਜ
ਹਜ਼ਾਰਾਂ ਦੀ ਗਿਣਤੀ 'ਚ ਰੋਜ਼ਾਨਾ ਜਿਹੜੇ ਮੁੰਡੇ ਆ ਉਹ ਪੰਜਾਬ ਛੱਡ ਕੇ, ਕੁੜੀਆਂ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ। ਕੀ ਲੱਗਦਾ ਪਿਛਲੀਆਂ ਸਰਕਾਰਾਂ ਵੀ ਦੇਰ ਵੀ ਇਦਾਂ ਹੀ ਜਹਾਜ਼ ਭਰ ਕੇ ਜਾਂਦੇ ਤੇ ਹੁਣ ਵੀ ਜਾ ਰਹੇ ਆ? ਸਰ ਦੇਖੋ, ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਬਾਹਰ ਨੂੰ ਜਿਹੜੇ ਜਾਣ ਦਾ ਸਿਲਸਿਲਾ ਹੈ ਉਹ ਬਾਅਦ ਦਸਤੂਰ ਜਾਰੀ ਹੈ। ਮਾਰਚ ਮਹੀਨੇ ਤੋਂ ਮਾਰਚ ਵਿੱਚ ਰਿਜ਼ਲਟ ਨਿਕਲਿਆ, ਲੋਕਾਂ ਨੂੰ ਇੱਕ ਆਸ ਜ਼ਰੂਰ ਸੀ। ਸਿਰਫ 1 ਜਾਂ 1.5 ਮਹੀਨੇ ਅੰਬੈਸੀਆਂ ਦਾ ਰਿਕਾਰਡ ਚੱਕ ਕੇ ਦੇਖੀਏ, ਮੈਂ RTI ਲਾਈ ਵਿਦੇਸ਼ ਮੰਤਰਾਲੇ ਨੂੰ, 1 ਜਾਂ 1.5 ਮਹੀਨੇ ਪੰਜਾਬ ਦਾ ਉਹ ਗੈਪ ਰਿਹਾ ਵੀ ਉਹਦੇ ਥੋੜ੍ਹੀ ਜਿਹੀ ਗਿਣਤੀ ਕਮੀ ਜ਼ਰੂਰ ਆਈ ਹੈ, ਜਿਹੜਾ RTI ਦੇ ਵਿੱਚ ਇਨਫੋਰਮੇਸ਼ਨ ਮਿਲੀ ਹੈ ਮੈਨੂੰ। ਪਰ ਬਾਅਦ ਦੇ ਵਿੱਚ ਉਸੇ ਤਰੀਕੇ ਨਾਲ ਚੱਲ ਪਿਆ ਕਿਉਂਕਿ ਲੋਕਾਂ ਨੂੰ ਜਿਹੜੀ ਉਹ ਆਸ ਫਿਰ ਬੁੱਝ ਗਈ। ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਸਾਡੇ ਨਾਲ ਜਿਹੜੇ ਲੱਗੇ ਮੁਲਾਜ਼ਮ ਪਹਿਲਾਂ ਤਾਂ ਬੇਰੁਜ਼ਗਾਰ ਜਾਂਦੇ ਤੇ, ਹੁਣ ਜਿਹੜੇ ਆਊਟਸੋਰਸ ਦੇ ਇਨਵੈਸਟਮੈਂਟ ਦੇ ਜਿਹੜੇ ਮੁਲਾਜ਼ਮ ਲੱਗੇ ਆ ਉਹ ਵੀ ਜਾਣ ਨੂੰ ਕੂਚ ਕਰਨ ਲੱਗ ਗਏ। ਹਾਲਾ ਹੋਰ ਤਿਆਰ ਆ ਜਾਣ ਵਾਸਤੇ। ਅਸੀਂ ਉਹਨਾਂ ਨੂੰ ਸਮਝਾਉਂਦੇ ਆ ਵੀ ਇੱਥੇ ਰਹਿ ਕੇ ਯਾਰ ਵੀ ਵਧੀਆ ਸਿਸਟਮ ਸੁਧਾਰ ਲਈ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਜਿਹੜੀਆਂ ਸੁੱਖ ਦਾ ਸਾਹ ਲੈ ਸਕਣਗੀਆਂ। ਬਾਹਰ ਨੂੰ ਚਲੇ ਜਾਣਾ, ਕਿਸੇ ਚੱਲਦੀ ਲੜਾਈ 'ਚੋਂ ਭੱਜ ਜਾਣਾ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ। ਪਰ ਲੋਕ ਕਰਨ ਵੀ ਕਿਆ, ਘਰਾਂ ਦੀਆਂ ਮਜਬੂਰੀਆਂ, ਕਿਸੇ ਦੀ ਮਦਰ ਬਿਮਾਰ ਹੈ, ਕਿਸੇ ਦਾ ਫਾਦਰ ਬਿਮਾਰ ਹੈ। ਤੁਹਾਨੂੰ ਪਤਾ ਹੋਣਾ ਵੀ ਅੱਜ ਕੱਲ੍ਹ ਇੱਕ ਆਮ ਹੋਸਪਿਟਲ ਦੇ ਵਿੱਚ ਚਲੇ ਜਾਈਏ, ਪਰਚੀ ਦਾ ਹੀ 500 ਰੁਪਏ ਲੱਗ ਜਾਂਦਾ ਹੈ। ਫਿਰ ਜਿਹੜੇ ਬੰਦੇ ਨੂੰ 8000 ਰੁਪਏ ਤਨਖਾਹ ਮਿਲ ਰਹੀ ਹੈ ਉਹ ਇਲਾਜ ਕਿੱਦਾਂ ਕਰਾਊਗਾ ਆਪਣੀ ਮਾਂ ਦਾ, ਆਪਣੀ ਬਾਪ ਦਾ, ਆਪਣੀ ਭੈਣ ਦਾ, ਆਪਣੇ ਭਰਾ ਦਾ? ਫਿਰ ਬੱਚਿਆਂ ਦੀਆਂ ਪੜ੍ਹਾਈਆਂ ਹੈ, ਵਿਆਹ ਵੀ ਹੁੰਦੇ ਆ, ਹੈ ਨਾ। ਕਿੱਦਾਂ ਵਿਚਰਨਾ ਉਹਨਾਂ ਲੋਕਾਂ ਨੇ 8-8 ਤਨਖਾਹ? ਸਰਕਾਰਾਂ ਦੀਆਂ ਨਾਕਾਮੀਆਂ ਹੈ ਇਹ। ਲੱਗਦਾ ਨਹੀਂ ਮਹਿੰਦਰੀ ਸਾਹਿਬ ਸੂਬਾ ਸਰਕਾਰ ਤਾਂ ਕਹਿ ਰਹੀ ਕਿ ਅਸੀਂ ਲੋਕਾਂ ਨੂੰ ਮੁਹੱਲਾ ਕਲੀਨਿਕ ਖੋਲ੍ਹ ਰਹੇ ਹਾਂ, ਸਿਹਤ ਸਹੂਲਤਾਂ ਵਧੀਆ ਦੇਵਾਂਗੇ, ਪਰ ਫਿਰ ਵੀ ਤੁਸੀਂ ਕਹਿੰਦੇ ਵੀ ਲੋਕਾਂ ਦਾ ਹੱਲ ਨਹੀਂ ਹੋ ਰਿਹਾ। ਦੇਖੋ ਸਰ, ਜਿਹੜੇ ਮੁਹੱਲਾ ਕਲੀਨਿਕਾਂ ਦੀ ਗੱਲ ਹੈ, ਸਰਕਾਰ ਨੂੰ ਪਹਿਲਾਂ ਵੀ ਬੇਨਤੀ ਕੀਤੀ, ਆਰਟੀਕਲ ਲਿਖਦਾ ਹੁੰਦਾ ਮੈਂ ਇੱਕ, ਉਹਦੇ ਵਿੱਚ ਵੀ ਬੇਨਤੀ ਕਰਦਾ ਵੀ ਸਾਡੇ ਕੋਲ ਪਹਿਲਾਂ ਹੀ ਆਲਰੇਡੀ ਬੜਾ ਤਕੜਾ ਸਿਸਟਮ ਹੈ ਹੈਲਥ ਦਾ। ਅਸੀਂ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਨਾ ਤਾਂ ਪੂਰੀਆਂ ਦਵਾਈਆਂ ਪ੍ਰੋਵਾਈਡ ਹੈ। ਅੱਜ ਤੁਸੀਂ ਮੰਨ ਲਓ ਵੀ ਇੱਕ ਗਰੀਬ ਬੰਦੇ ਨੂੰ ਕੈਂਸਰ ਹੋ ਜਾਂਦਾ ਹੈ, ਸਾਡੇ ਉਹ ਲੋਕ ਜਿਹੜੇ ਜਾਂਦੇ ਆ, ਪਹਿਲਾਂ ਬੀਕਾਨੇਰ ਭਰ ਕੇ ਟ੍ਰੇਨਾਂ ਜਾਂਦੀ ਸਾਡੀ, ਜਿਹੜੀ ਉਸ ਟ੍ਰੇਨ ਦਾ ਹੀ ਨਾਮ ਕੈਂਸਰ ਐਕਸਪ੍ਰੈਸ ਰੱਖਦਾ ਹੈ। ਉਹਦੇ ਬਾਅਦ ਸਾਡੇ ਪੰਜਾਬ ਦੇ ਵਿੱਚ 10 ਤੋਂ ਵੱਡੇ ਹੋਸਪਿਟਲ ਜਿਹੜੇ ਕੈਂਸਰ ਦਾ ਟ੍ਰੀਟਮੈਂਟ ਕਰਦੇ ਆ। ਅੱਜ ਜੇਕਰ ਮਤਲਬ ਇਹਨਾਂ ਹੋਸਪਿਟਲਾਂ ਦੇ ਵਿੱਚ ਉਹਨਾਂ ਬਿਮਾਰੀਆਂ ਦਾ ਵੱਡੀ ਕੈਂਸਰ ਹੈ ਜਾਂ ਹੋਰ ਵੱਡੀਆਂ ਬਿਮਾਰੀਆਂ ਹੈ, ਇਹਨਾਂ ਦਾ ਇਲਾਜ ਸ਼ੁਰੂ ਹੋ ਜਾਵੇ ਤਾਂ ਲੋਕ ਆਟੋਮੈਟਿਕ ਖੁਸ਼ ਹੋਣਗੇ। ਪਰ ਤੁਸੀਂ ਨਵੇਂ ਖੋਲ੍ਹਣ ਦੀ ਬਜਾਏ ਸਾਡੇ ਕੋਲ ਡਿਸਪੈਂਸਰੀਆਂ ਹੈ, PSC ਹੈ, ਹੋਸਪਿਟਲ ਹੈ, ਜ਼ਿਲ੍ਹਾ ਪੱਧਰ ਦੇ ਹੋਸਪਿਟਲ ਹੈ, ਉਹਨਾਂ ਦੇ ਵਿੱਚ ਤੁਹਾਡਾ ਜਿਹੜਾ ਹੈਲਥ ਡਿਪਾਰਟਮੈਂਟ ਦੇ ਜਿਹੜਾ ਸਟਾਫ ਹੈ ਉਹ ਪੂਰਾ ਨਹੀਂ ਹੈਗਾ। ਆਲਰੇਡੀ ਉੱਥੇ ਦੀ ਵੀ ਤੁਹਾਨੂੰ ਮੈਂ ਇੰਟਰਸਟਡ ਗੱਲ ਦੱਸਦਾ ਵੀ ਉੱਥੇ ਵੀ ਆਊਟਸੋਰਸ ਮੁਲਾਜ਼ਮ ਲੱਗੇ ਹੋਏ ਆ, ਉਹ ਰੋਂਦੇ ਆ ਵੀ ਸਾਨੂੰ ਪੱਕੇ ਕਰ ਦਿਓ। ਉਹਨਾਂ ਨੇ ਐਮਰਜੈਂਸੀ ਦੀਆਂ ਵੀ ਡਿਊਟੀਆਂ ਦੇਣੀਆਂ ਹੁੰਦੀਆਂ, 24 ਘੰਟੇ ਡਿਊਟੀਆਂ ਦੇ ਰਹੇ ਆ। ਉਹ ਦੇਖਦੇ ਨਹੀਂ ਕਿਉਂਕਿ ਲੋਕਾਂ ਦੀ ਸੇਵਾ ਵੀ ਕਰ ਰਹੇ ਆ। ਇੱਕ ਦਿਲ ਦੇ ਵਿੱਚ ਭਾਵਨਾ ਪੈਦਾ ਹੁੰਦੀ, ਜਿਹੜਾ ਬੰਦਾ ਇਹੋ ਜਿਹੇ ਡਿਪਾਰਟਮੈਂਟ ਦੇ ਵਿੱਚ ਲੱਗਿਆ ਹੁੰਦਾ ਵੀ ਯਾਰ ਘੈਲੀ ਬੰਦਾ ਸਾਡੇ ਕੋਲ ਆਪਣਾ ਡਿਊਟੀ ਦਾ ਟਾਈਮ ਨਹੀਂ ਦੇਖਦਾ। ਮੰਨ ਲਓ ਕਿ ਐਕਸੀਡੈਂਟਲ ਬੰਦਾ ਆ ਗਿਆ, ਫਿਰ ਉਹ ਆਪਣਾ ਡਿਊਟੀ ਟਾਈਮ ਥੋੜ੍ਹਾ ਦੇਖੂਗਾ, ਉਹ ਤਾਂ ਉਹਦਾ ਇਲਾਜ ਕਰੂਗਾ। ਫਿਰ ਸਰਕਾਰ ਉਹਨਾਂ ਨੂੰ ਵੀ ਕੱਚੇ ਰੱਖ ਕੇ ਬੈਠੀ ਵੀ ਹੈ। ਹੋਰ ਹੋਸਪਿਟਲਾਂ ਦੇ ਵਿੱਚ ਅੱਜ ਤੁਸੀਂ ਦੇਖ ਲਓ, ਪ੍ਰਾਈਵੇਟ ਸੈਂਟਰਾਂ ਦੇ ਵਿੱਚ ਅਲਟਰਾਸਾਊਂਡ ਸੈਂਟਰ ਹੈ ਸਾਡੇ ਜਿਹੜੇ, ਉੱਥੇ ਲਾਈਨਾਂ ਲੱਗੀਆਂ ਪਈਆਂ। ਮਸ਼ੀਨਾਂ ਦੀ ਸਾਡੀ ਕਮੀ ਹੈ, ਐਕਸਰੇ ਮਸ਼ੀਨਾਂ ਸਾਡੇ ਕੋਲ ਨਹੀਂ ਹੈਗੀਆਂ। ਸਰਕਾਰ ਉਹਨਾਂ ਜਿਹੜੀਆਂ ਡਿਸਪੈਂਸਰੀਆਂ ਹੈ ਪਿੰਡਾਂ ਦੇ ਵਿੱਚ ਜਾਂ ਛੋਟੇ PSC ਆ, ਉਹਨਾਂ ਦੇ ਵਿੱਚ ਅਲਟਰਾਸਾਊਂਡ ਐਕਸਰੇ ਮਸ਼ੀਨਾਂ, ਟੋਟਲ ਬਿਮਾਰੀਆਂ ਦੀਆਂ ਦਵਾਈਆਂ ਜਿਹੜੀਆਂ ਉੱਥੇ ਪ੍ਰੋਵਾਈਡ ਕਰਾ ਦੇਵੇ, ਲੋਕ ਖੁਸ਼ ਹੋ ਜਾਣਗੇ। ਅਸੀਂ ਪ੍ਰਸ਼ੰਸਾ ਕਰਨਗੇ ਸਰਕਾਰ ਦੇ ਇਸ ਕਦਮ ਦੀ। ਮੁਹੱਲਾ ਕਲੀਨਿਕ ਖੋਲ੍ਹਣ ਨਾਲ ਤੇ ਪਹਿਲਾਂ ਇਸ ਸਿਸਟਮ ਨੂੰ ਸੁਧਾਰਿਆ ਜਾਵੇ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਫਿਰ ਉੱਥੇ ਸਾਰਾ ਸਿਸਟਮ ਪੂਰਾ ਹੁੰਦਾ, ਫਿਰ ਮੁਹੱਲਾ ਕਲੀਨਿਕ ਖੋਲ੍ਹੇ ਜਾਵੇ, ਪਰ ਉਹ ਤੋਂ ਪਹਿਲਾਂ ਇਸ ਸਿਸਟਮ ਨੂੰ ਸੁਧਾਰ ਕਰਨਾ ਬਣਦਾ ਹੈ। ਮਹਿੰਦਰੀ ਸਾਹਿਬ, ਲੱਗਦਾ ਨਹੀਂ ਸਾਡੇ ਜਿਹੜੇ ਕੈਬਨਿਟ ਮੰਤਰੀ ਹੈ ਹਰਜੋਤ ਸਿੰਘ ਬੈਂਸ, ਉਹਨਾਂ ਦਾ ਪਿੱਛੇ ਇੱਕ ਬਿਆਨ ਆਇਆ ਸੀ ਕਿ ਜਿਹੜੇ ਲੋਕ ਧਰਨਾਕਾਰੀ ਨੇ, ਧਰਨਾ ਦਿੰਦੇ ਨੇ, ਮੈਂ ਉਹਦੇ ਨਾਲ ਗੱਲ ਨਹੀਂ ਕਰਨੀ। ਜਿਹੜੇ ਲੋਕ ਆਮ ਤੌਰ ਤੇ ਡਾਇਰੈਕਟ ਆ ਕੇ ਗੱਲ ਕਰੂੰਗੇ, ਆਪਾਂ ਉਹਨਾਂ ਦੀ ਗੱਲ ਸੁਣਾਂਗੇ। ਤੁਸੀਂ ਕਦੇ ਉਹਨਾਂ ਤੱਕ ਪਹੁੰਚ ਕੀਤੀ ਆਪਣੇ ਕੰਮ ਨੂੰ? ਬਿਲਕੁਲ ਸਰ, ਬਿਲਕੁਲ। ਦੇਖੋ, ਅਸੀਂ ਲਗਭਗ ਮੁੱਖ ਮੰਤਰੀ ਸਾਹਿਬ ਨੂੰ 500 ਦੇ ਕਰੀਬ ਮੰਗ ਪੱਤਰ ਦੇ ਚੁੱਕੇ ਪਿਛਲੇ 8 ਮਹੀਨੇ ਦੇ ਵਿੱਚ। ਮੰਤਰੀ ਸਾਹਿਬ ਨੂੰ ਜਿਹੜਾ ਅਸੀਂ ਲਗਭਗ 3 ਵਾਰ ਮੰਗ ਪੱਤਰ ਦੇ ਚੁੱਕੇ, 1 ਵਾਰ ਮੀਟਿੰਗ ਦੇ ਵਿੱਚ ਮਿਲਿਆ ਏ। ਅਸੀਂ ਉਹਨਾਂ ਨੂੰ ਗੱਲ ਕਹੀ ਵੀ ਮੁੱਖ ਮੰਤਰੀ ਸਾਹਿਬ ਨਾਲ ਸਾਨੂੰ ਮਿਲਾ ਦਿਓ। ਮੰਗ ਪੱਤਰ ਭੇਜਣ ਤੋਂ ਇਲਾਵਾ ਵੀ ਅਸੀਂ ਧਰਨੇ ਕੀਤੇ, ਪ੍ਰਦਰਸ਼ਨ ਕੀਤੇ, ਇਹਦੇ ਘਰਾ ਕੀਤੇ ਤੇ ਰੋਡ ਜਿਹੜੇ ਜਾਮ ਕੀਤੇ। ਸਾਨੂੰ ਮੀਟਿੰਗਾਂ ਤਾਂ ਦਿੱਤੀਆਂ ਗਈਆਂ 8 ਵਾਰ ਲਗਭਗ, ਪਰ ਮੁੱਖ ਮੰਤਰੀ ਸਾਹਿਬ ਸਾਨੂੰ ਬੁਲਾ ਕੇ ਚੰਡੀਗੜ੍ਹ ਬੁਲਾ ਲੈਂਦੇ ਆ, ਬਿਠਾ ਲੈਂਦੇ ਆ, 3-4 ਘੰਟੇ ਬਿਠਾ ਕੇ ਸਾਨੂੰ ਭੇਜ ਦਿੱਤਾ ਜਾਂਦਾ। ਅਸੀਂ ਉੱਥੇ ਵੀ ਇਹ ਵੀ ਗੱਲ ਕਹੀ ਵੀ ਹੈੱਡ ਆਫ ਦੀ ਸਟੇਟ ਹੈ ਮੁੱਖ ਮੰਤਰੀ ਸਾਹਿਬ, ਇੱਕ ਪੂਰੀ ਸੂਬਾ ਚਲਾਉਣਾ ਹੁੰਦਾ। ਪਰ ਅਸੀਂ ਮੰਨ ਕੇ ਇਸ ਗੱਲ ਨੂੰ ਮੰਨਣ ਦੇ ਬਾਵਜੂਦ ਸਾਨੂੰ ਮੁੱਖ ਮੰਤਰੀ ਸਾਹਿਬ ਇੱਕ ਦਿਨ ਪਹਿਲਾਂ ਜਿਹੜਾ ਇੰਟੀਮੇਸ਼ਨ ਦੇ ਦੇਵੇ ਵੀ ਜਿਹੜਾ ਅੱਜ ਮੀਟਿੰਗ ਨਹੀਂ ਕੀਤੀ ਜਾ ਸਕਦੀ। ਇੱਕ ਬੰਦਾ ਗੁਰਦਾਸਪੁਰ ਤੋਂ ਚੱਲਦਾ ਚੰਡੀਗੜ੍ਹ ਪਹੁੰਚਦਾ, ਇੱਕ ਪੂਰੀ ਦਿਹਾੜੀ ਲੱਗ ਜਾਂਦੀ ਹੈ, 1000 ਰੁਪਏ ਕਿਰਾਇਆ ਲੱਗਦਾ ਇੱਕ ਸਾਈਡ ਦਾ, ਫਿਰ ਉਹ ਬੰਦਾ ਉੱਥੋਂ ਵਾਪਸ ਜਾਂਦਾ ਹੈ। ਮਤਲਬ 7 ਵਾਰ ਮੁੱਖ ਮੰਤਰੀ ਸਾਹਿਬ 7 ਮਹੀਨਿਆਂ ਦੇ ਵਿੱਚ ਭੱਜ ਕੇ ਮੀਟਿੰਗ ਦੇ ਕੇ ਵੀ ਸਾਨੂੰ। ਪਿਛਲੀਆਂ ਸਰਕਾਰਾਂ ਦੇ ਵਿੱਚ ਔਰ ਇਹਨਾਂ ਦੇ ਵਿੱਚ ਇਹ ਫਰਕ ਜ਼ਰੂਰ ਆਇਆ। ਪਿਛਲੀਆਂ ਸਰਕਾਰਾਂ ਚਾਹੇ ਕੈਪਟਨ ਸਾਹਿਬ ਸੀ, ਬਾਦਲ ਦੇ ਪੱਕੇ, ਸਾਨੂੰ ਉਹਨਾਂ ਨੇ ਵੀ ਨਹੀਂ ਕੀਤਾ, ਪਰ ਉਹ ਮੀਟਿੰਗ ਘੱਟੋ ਘੱਟ ਜ਼ਰੂਰ ਕਰਦੇ ਤੇ। ਪਰ ਮੁੱਖ ਮੰਤਰੀ ਸਾਹਿਬ ਤਾਂ ਉਹ ਤੋਂ ਵੀ ਇੱਕ ਕਦਮ ਅੱਗੇ ਚੱਲ ਗਏ, ਇਹ ਤਾਂ ਮੀਟਿੰਗ ਵੀ ਨਹੀਂ ਕਰਦੇ ਹੈ। ਪੱਕੇ ਕਰਨ ਦਾ ਹਜੇ ਬਹੁਤ ਦੂਰ ਦੀ ਗੱਲ ਹੈ। ਬਿਲਕੁਲ ਜੀ, ਇਹ ਸਨ ਸਾਡੇ ਨਾਲ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਸਾਬਕਾ ਸਰਕਲ ਰੂਪਨਗਰ ਤੋਂ ਮੋਹਾਲੀ ਤੋਂ ਪ੍ਰਧਾਨ ਕਪਲ ਮਹਿੰਦਲੀ ਜੀ, ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ। ਕੈਮਰਾਮੈਨ ਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ, ਪੰਜਾਬੀ ਲੋਕ ਚੈਨਲ, ਸ਼੍ਰੀ ਕੀਰਤਪੁਰ ਸਾਹਿਬ।